ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਇਹ ਫਰਮਾਨ ਕਰਦੇ ਨੇ, ਸਾਨੂੰ ਮਨੁੱਖਾਂ ਨੂੰ ਮਹਾਰਾਜ ਇਹ ਫਰਮਾਨ ਕਰਦੇ ਨੇ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਆਏ ਹੋ, ਉਸ ਮਾਲਕ ਦੀ ਪ੍ਰਾਪਤੀ ਵਾਸਤੇ ਆਏ ਹੋ। ਤੇ ਉਸ ਮਾਲਕ ਦੀ ਪ੍ਰਾਪਤੀ ਅਸੀਂ ਕਿਵੇਂ ਕਰਨੀ ਹੈ, ਮਹਾਰਾਜ ਆਪਾਂ ਨੂੰ ਗੁਰਬਾਣੀ ਦੇ ਵਿੱਚ ਗਿਆਨ ਦਿੰਦੇ ਆ ਕਿ ਉਸ ਮਾਲਕ ਦੀ ਪ੍ਰਾਪਤੀ ਕਰਨ ਵਾਸਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਰੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹੋਣਾ ਇਸ ਕਰਕੇ ਜ਼ਰੂਰੀ ਹੈ ਗੁਰਮੁਖੋ, ਕਿਉਂਕਿ ਗੁਰੂ ਤੋਂ ਬਗੈਰ ਸਿੱਖਿਆ ਨਹੀਂ ਮਿਲ ਸਕਦੀ ਸਾਨੂੰ। ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਇਹ ਗਿਆਨ ਦਿੱਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਮਹਾਰਾਜ ਕਹਿੰਦੇ ਨੇ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ। ਵੀ ਮਹਾਰਾਜ ਨੇ ਮਾਤਾ ਪਿਤਾ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਹੈ, ਕਿਉਂਕਿ ਜਿਹੜਾ ਮਾਤਾ ਪਿਤਾ ਹੈ ਉਹ ਬੱਚੇ ਨੂੰ ਸਿੱਖਿਆ ਦਿੰਦੇ ਨੇ, ਉਸ ਨੂੰ ਬੋਲਣ ਦੀ ਜਾਚ ਦੱਸਦੇ ਨੇ, ਚੱਲਣ ਦੀ ਜਾਚ ਦੱਸਦੇ ਨੇ, ਖਾਣ ਪੀਣ ਦੀ ਜਾਚ ਦੱਸਦੇ ਨੇ। ਕਿਉਂਕਿ ਗੁਰਮੁਖ ਪਿਆਰਿਓ, ਜਿਹੜਾ ਮਨੁੱਖੀ ਬੱਚਾ ਹੈ, ਉਹ ਜੰਮਦਾ ਹੋਇਆ ਬੱਚਾ ਜਿਹੜਾ ਹੈ, ਉਸ ਦੇ ਪਾਸ ਨਾ ਤੇ ਚੱਲਣ ਵਾਸਤੇ ਤਾਕਤ ਹੈ ਔਰ ਨਾ ਬੋਲਣ ਵਾਸਤੇ ਜ਼ੁਬਾਨ ਦੇ ਵਿੱਚ ਇੰਨੀ ਤਾਕਤ ਹੈ ਕਿ ਉਹ ਬੋਲ ਸਕਦਾ ਹੈ। ਇਸ ਕਰਕੇ ਗੁਰਦੇਵ ਮਾਤਾ ਗੁਰਦੇਵ ਪਿਤਾ, ਮਹਾਰਾਜ ਨੇ ਮਾਤਾ ਪਿਤਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ, ਤਾਂ ਜੋ ਇਹ ਬੱਚਾ ਜਿਹੜਾ ਹੈ ਇਹਨਾਂ ਤੋਂ ਸਿੱਖਿਆ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕੇ। ਤੇ ਗੁਰਮੁਖ ਪਿਆਰਿਓ, ਜੇ ਆਪਾਂ ਉਸ ਮਾਲਕ ਦੇ ਰਸਤੇ ਦੇ ਉੱਪਰ ਤੁਰਨਾ ਹੈ, ਉਸ ਮਾਲਕ ਦੀ ਪ੍ਰਾਪਤੀ ਕਰਨੀ ਹੈ, ਤੇ ਫਿਰ ਮਹਾਰਾਜ ਕਹਿੰਦੇ ਕਿ ਤੁਹਾਨੂੰ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਤੁਹਾਨੂੰ ਇਸ ਤਰ੍ਹਾਂ ਸਿੱਖਿਆ ਨਹੀਂ ਮਿਲ ਸਕਦੀ। ਉਸ ਮਾਲਕ ਦੇ ਰਸਤੇ ਦੇ ਉੱਪਰ ਚੱਲਣ ਦੀ ਜਿਹੜੀ ਹੈ ਤੁਹਾਨੂੰ ਪ੍ਰੇਰਨਾ ਕੋਈ ਦੇ ਨਹੀਂ ਸਕਦਾ। ਉਹ ਜਿਹੜੀ ਪ੍ਰੇਰਨਾ ਹੈ ਉਹ ਜਾਂ ਤੇ ਗੁਰੂ ਦੇ ਸਕਦਾ ਹੈ ਜਾਂ ਮਾਤਾ ਪਿਤਾ ਦੇ ਸਕਦੇ ਨੇ, ਜੇ ਮਾਤਾ ਪਿਤਾ ਗੁਰਮੁਖ ਹੋਣ। ਤੇ ਜੇ ਮਾਤਾ ਪਿਤਾ ਮਨਮੁਖ ਹੋਣ ਤਾਂ ਗੁਰਮੁਖ ਪਿਆਰਿਓ, ਬੱਚੇ ਗੁਰਮੁਖ ਨਹੀਂ ਨਿਕਲਦੇ, ਬੱਚੇ ਵੀ ਮਨਮੁਖ ਹੀ ਹੁੰਦੇ ਹਨ। ਕਿਉਂਕਿ ਜਿਹਨੇ ਗੁਰੂ ਤੋਂ ਸਿੱਖਿਆ ਲੈਣੀ ਹੈ, ਉਹਨੇ ਉਸੇ ਕਰਮ ਕਰਨੇ ਹੈ ਜੈਸਾ ਗੁਰੂ ਕਰਮ ਕਰੇਗਾ। ਜੇ ਮਾਤਾ ਪਿਤਾ ਨੂੰ ਗੁਰੂ ਮਹਾਰਾਜ ਨੇ ਕਿਹਾ ਹੈ ਤੇ ਗੁਰਮੁਖ ਪਿਆਰਿਓ, ਬੱਚਿਆਂ ਨੇ ਮਾਤਾ ਪਿਤਾ ਤੋਂ ਸਿੱਖਿਆ ਲੈਣੀ ਹੈ। ਜਿਹੜੇ ਸਾਡੇ ਬੱਚੇ ਨੇ ਉਹ ਗੁਰਮੁਖੋ ਕਿਤੇ ਬਾਹਰੋਂ ਨਹੀਂ ਸਿੱਖਦੇ। ਉਹ ਝੂਠ ਬੋਲਣਾ, ਚੁਗਲੀ ਕਰਨੀ, ਕਿਸੇ ਨਾਲ ਬੈਰ ਵਿਰੋਧ ਕਰਨਾ, ਈਰਖਾ ਕਰਨੀ, ਉਹ ਕੋਈ ਬਾਹਰੋਂ ਨਹੀਂ ਸਿੱਖਦੇ, ਕਿਤੇ ਬਾਹਰ ਸਕੂਲਾਂ ਦੇ ਵਿੱਚੋਂ ਨਹੀਂ ਸਿੱਖ ਕੇ ਆਉਂਦੇ। ਉਹ ਸਾਡੇ ਆਪਣੇ ਕੋਲੋਂ ਹੀ ਸਿੱਖਦੇ ਨੇ, ਉਹ ਆਪਣੇ ਮਾਤਾ ਪਿਤਾ ਕੋਲੋਂ ਸਿੱਖਦੇ ਨੇ। ਜੇ ਮਾਂ ਝੂਠ ਬੋਲਦੀ ਹੈ ਤੇ ਬੱਚਾ ਵੀ ਝੂਠ ਬੋਲਣਾ ਸਿੱਖ ਜਾਏਗਾ। ਜੇ ਪਿਤਾ ਝੂਠ ਬੋਲਦਾ ਹੈ ਤੇ ਬੱਚੇ ਵੀ ਉਹਨਾਂ ਵੱਲ ਦੇਖ ਕੇ ਝੂਠ ਬੋਲਣਾ ਸਿੱਖ ਜਾਣਗੇ। ਤੇ ਜੇ ਗੁਰਮੁਖ ਮਾਤਾ ਪਿਤਾ ਨੇ ਤੇ ਗੁਰਮੁਖ ਪਿਆਰਿਓ, ਫਿਰ ਉਹ ਬੱਚੇ ਉਹਨਾਂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਣਗੇ। ਉਹ ਬੱਚੇ ਵੀ ਆਪਣੇ ਮਾਤਾ ਪਿਤਾ ਦੀ ਰੀਸ ਕਰਨਗੇ। ਇਸ ਕਰਕੇ ਜੇ ਆਪਾਂ ਗੁਰਮੁਖ ਹੋਵਾਂਗੇ ਤੇ ਫਿਰ ਆਪਣੇ ਬੱਚੇ ਵੀ ਗੁਰਮੁਖ ਹੋਣਗੇ। ਜੇ ਆਪਾਂ ਮਨਮੁਖ ਹਾਂ ਤੇ ਸਾਡੇ ਬੱਚੇ ਗੁਰਮੁਖ ਨਹੀਂ ਪੈਦਾ ਹੋ ਸਕਦੇ। ਲੇਕਿਨ ਸੰਸਾਰ ਦੇ ਵਿੱਚ ਹੁਣ ਤਰੀਕਾ ਇਹੋ ਜਿਹਾ ਬਣ ਗਿਆ ਕਿ ਮਾਤਾ ਪਿਤਾ ਚਾਹੁੰਦੇ ਨੇ ਕਿ ਬੱਚੇ ਗੁਰਮੁਖ ਹੋਣ। ਤੇ ਗੁਰਮੁਖ ਪਿਆਰਿਓ, ਇਹ ਓਨਾ ਚਿਰ ਹੋ ਨਹੀਂ ਸਕਦਾ ਜਿੰਨਾ ਚਿਰ
ਅਸੀਂ ਗੁਰਮੁਖ ਨਹੀਂ ਬਣਦੇ ਉਹਨਾਂ ਚਿਰ ਮਾਤਾ ਪਿਤਾ ਬੱਚੇ ਗੁਰਮੁਖ ਨਹੀਂ ਬਣ ਸਕਦੇ। ਇਸੇ ਕਰਕੇ ਹੀ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਬਾਬੇ ਫਰੀਦ ਸਾਹਿਬ ਨੂੰ ਇਸ ਮਾਰਗ ਦੇ ਉੱਪਰ ਤੋਰਨ ਵਾਸਤੇ ਉਹਨਾਂ ਦੀ ਮਾਤਾ ਨੇ ਹੀ ਪ੍ਰੇਰਨਾ ਦਿੱਤੀ ਸੀ। ਇਹ ਸੱਚ ਦੇ ਰਸਤੇ ਦੇ ਉੱਪਰ ਤੁਰਨ ਵਾਸਤੇ ਬਾਬੇ ਫਰੀਦ ਦੀ ਮਾਤਾ ਨੇ ਉਹਨਾਂ ਨੂੰ ਇਹ ਰਸਤਾ ਦੱਸਿਆ ਸੀ ਕਿ ਪੁੱਤਰ ਤੂੰ ਉਸ ਅੱਲਾਹ ਤਾਲਾ ਦੀ ਬੰਦਗੀ ਕਰਿਆ ਕਰ, ਉਸ ਪਰਮਾਤਮਾ ਦੀ ਬੰਦਗੀ ਕਰਿਆ ਕਰ। ਤੇ ਗੁਰਮੁਖ ਪਿਆਰਿਓ, ਬਾਬੇ ਫਰੀਦ ਨੇ ਆਪਣੀ ਮਾਤਾ ਨੂੰ ਸਵਾਲ ਕੀਤਾ ਸੀ ਕਿ ਮਾਤਾ, ਜੇ ਮੈਂ ਉਸ ਖੁਦਾ ਦੀ ਬੰਦਗੀ ਕਰਾਂਗਾ ਤਾਂ ਖੁਦਾ ਕੀ ਦੇਗਾ? ਤੇ ਉਸ ਦੀ ਮਾਤਾ ਨੇ ਉਸ ਨੂੰ, ਬਾਬੇ ਫਰੀਦ ਨੂੰ ਇਹ ਗੱਲ ਕਹੀ ਸੀ ਕਿ ਜੇ ਤੂੰ ਖੁਦਾ ਦੀ ਬੰਦਗੀ ਕਰੇਗਾ ਤੇ ਉਹ ਖੁਦਾ ਤੈਨੂੰ ਸ਼ੱਕਰ ਦੇਗਾ। ਤੇ ਗੁਰਮੁਖ ਪਿਆਰਿਓ, ਐਸਾ ਲਾਲਚ ਦੇ ਕੇ ਮਾਤਾ ਨੇ ਬਾਬੇ ਫਰੀਦ ਨੂੰ ਇਸ ਮਾਰਗ ਦੇ ਉੱਪਰ ਤੋਰ ਦਿੱਤਾ। ਸ਼ੁਰੂ ਤੋਂ ਗੁਰਮੁਖ ਪਿਆਰਿਓ ਇਹ ਮੁਸੀਬਤਾਂ ਆਉਂਦੀਆਂ ਨੇ, ਲੇਕਿਨ ਜਦੋਂ ਮਨ ਟਿਕ ਜਾਂਦਾ ਹੈ, ਮਨ ਉਸ ਕਰਮ ਦੇ ਵਿੱਚ ਜੁੜ ਜਾਂਦਾ ਹੈ ਤਾਂ ਫਿਰ ਮੁਸ਼ਕਲ ਨਹੀਂ ਆਉਂਦੀ। ਤੇ ਅੱਜ ਆਪਾਂ ਜਾਣਦੇ ਹਾਂ ਬਾਬੇ ਫਰੀਦ ਜੀ ਦੇ ਬਾਰੇ ਕਿ ਉਹਨਾਂ ਦੀ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ। ਉਸ ਮਹਾਂਪੁਰਸ਼ ਦੀ ਬਾਣੀ ਐਡੀ ਰਮਜ ਭਰੀ ਬਾਣੀ ਹੈ ਕਿ ਆਮ ਜੀਵਾਂ ਦੇ ਸਮਝ ਦੇ ਵਿੱਚ ਨਹੀਂ ਆ ਸਕਦੀ। ਕਿਉਂਕਿ ਗੁਰਮੁਖ ਪਿਆਰਿਓ, ਜਿਹੜੇ ਫਕੀਰ ਹੁੰਦੇ ਨੇ, ਜਿਹੜੇ ਉਸ ਖੁਦਾ ਦੇ ਨਾਲ ਇੱਕਮਿਕ ਹੋਏ ਹੁੰਦੇ ਨੇ, ਉਹ ਫਿਰ ਰਮਜ ਦੇ ਵਿੱਚ ਗੱਲ ਕਰਦੇ ਨੇ, ਕਿਸੇ ਆਮ ਵਿਅਕਤੀ ਲੇਖਾਂ ਗੱਲ ਨਹੀਂ ਉਹ ਕਰਦੇ। ਜੇ ਉਹ ਕਿਸੇ ਨੂੰ ਸਮਝਾਉਣਗੇ, ਉਹ ਜੇ ਐਸੇ ਮਹਾਂਪੁਰਖ ਕਿਸੇ ਆਮ ਆਦਮੀ ਨੂੰ ਸਮਝਾਉਣਗੇ, ਉਹ ਰਮਜ ਦੇ ਵਿੱਚ ਸਮਝਾਉਣਗੇ। ਜੇ ਸਮਝ ਗਿਆ, ਜੇ ਉਹਨਾਂ ਦੀ ਰਮਜ ਨੂੰ ਸਮਝ ਗਿਆ ਤੇ ਜੀਵਨ ਬਦਲ ਜਾਏਗਾ, ਨਹੀਂ ਤੇ ਗੁਰਮੁਖ ਪਿਆਰਿਓ, ਉਹਨਾਂ ਦੀ ਰਮਜ ਕੋਈ ਵਿਰਲਾ ਹੀ ਜਾਣ ਸਕਦਾ ਹੈ। ਤੇ ਆਪਾਂ ਰਮਜ ਸਮਝਾਂਗੇ ਕਿ ਰਮਜ ਕਿਸ ਨੂੰ ਕਹਿੰਦੇ ਨੇ। ਗੁਰਮੁਖ ਪਿਆਰਿਓ, ਰਮਜ ਉਸ ਨੂੰ ਕਹਿੰਦੇ ਨੇ ਜਿਸ ਚੀਜ਼ ਦਾ ਸਾਨੂੰ ਗਿਆਨ ਨਹੀਂ। ਮੰਨ ਲਓ ਕੋਈ ਐਸੀ ਚੀਜ਼ ਹੈ ਜਿਹੜੀ ਖਾਣ ਦੇ ਯੋਗ ਹੈ, ਲੇਕਿਨ ਸਾਨੂੰ ਉਸ ਦਾ ਗਿਆਨ ਨਹੀਂ, ਤੇ ਇਸ ਕਰਕੇ ਆਪਾਂ ਉਸ ਨੂੰ ਖਾ ਨਹੀਂ ਸਕਦੇ। ਜਿਵੇਂ ਮਿਸਾਲ ਦੇ ਤੌਰ 'ਤੇ ਆਪਾਂ ਦੇਖ ਲਈਏ ਕਿ ਜਿਵੇਂ ਕੇਲਾ ਹੈ, ਜਿਵੇਂ ਸੰਤਰਾ ਹੈ, ਅਗਰ ਸਾਨੂੰ ਉਸ ਦੇ ਬਾਰੇ ਗਿਆਨ ਨਹੀਂ ਤੇ ਆਪਾਂ ਉਸ ਨੂੰ ਖਾ ਨਹੀਂ ਸਕਦੇ। ਜੇ ਆਪਾਂ ਖਾਵਾਂਗੇ ਤੇ ਗੁਰਮੁਖ ਪਿਆਰਿਓ, ਆਪਾਂ ਉਹਦੇ ਛਿਲਕੇ ਸਮੇਤ ਖਾਣ ਦੀ ਕੋਸ਼ਿਸ਼ ਕਰਾਂਗੇ। ਇਸ ਕਰਕੇ ਖਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਨੂੰ ਉਸ ਚੀਜ਼ ਦਾ ਗਿਆਨ ਨਹੀਂ। ਉਹ ਜਿਹੜਾ ਉੱਪਰ ਵਾਲਾ ਛਿਲਕਾ ਹੈ ਉਸ ਨੂੰ ਰਮਜ ਕਹਿੰਦੇ ਨੇ, ਕਿਉਂਕਿ ਜਿਹੜੀ ਅਸਲੀ ਚੀਜ਼ ਹੈ ਉਸ ਦੇ ਥੱਲੇ ਹੈ। ਜਿਹੜਾ ਅਸਲੀ ਸਵਾਦ ਹੈ ਕੇਲੇ ਦਾ ਜਾਂ ਸੰਤਰੇ ਦਾ, ਉਹ ਉਸ ਦੇ ਛਿਲਕੇ ਤੋਂ ਥੱਲੇ ਹੈ। ਜੇ ਆਪਾਂ ਨੂੰ ਇਹ ਰਮਜ ਨਹੀਂ ਪਤਾ ਲੱਗਦੀ, ਜੇ ਉਸ ਦਾ ਛਿਲਕਾ ਉਤਾਰਨ ਦਾ ਸਾਨੂੰ ਨਹੀਂ ਪਤਾ, ਉਸ ਦਾ ਗਿਆਨ ਸਾਨੂੰ ਨਹੀਂ ਪਤਾ, ਤੇ ਗੁਰਮੁਖੋ ਆਪਾਂ ਅਗਰ ਉਸ ਨੂੰ ਖਾ ਵੀ ਲੈਂਦੇ ਹਾਂ ਤੇ ਫਿਰ ਵੀ ਗੁਰਮੁਖ ਪਿਆਰਿਓ, ਆਪਾਂ ਨੂੰ ਉਹ ਸਵਾਦ ਨਹੀਂ ਆਉਂਦਾ। ਜਿਹੜਾ ਅਸਲੀ ਸਵਾਦ ਆ ਉਹ ਨਹੀਂ ਆ ਸਕਦਾ। ਇਸ ਕਰਕੇ ਇਸ ਨੂੰ ਰਮਜ ਕਹਿੰਦੇ ਨੇ ਕਿ ਜਿਹੜੀ ਚੀਜ਼ ਕਿਸੇ ਚੀਜ਼ ਦੇ ਵਿੱਚ ਲਪੇਟ ਕੇ ਕਿਸੇ ਨੂੰ ਦਿੱਤੀ ਜਾਵੇ, ਤੇ ਜੇ ਉਹ ਸਮਝਦਾਰ ਹੋਏ, ਜੇ ਗਿਆਨਵਾਨ ਹੋਏ, ਤੇ ਫਿਰ ਉਸ ਨੂੰ ਖੋਲ੍ਹ ਕੇ ਖਾ ਸਕਦਾ ਹੈ। ਨਹੀਂ ਤੇ ਗੁਰਮੁਖ ਪਿਆਰਿਓ, ਉਸ ਨੂੰ ਗਿਆਨ ਨਾ ਹੋਣ ਕਾਰਨ ਉਹ ਐਸੇ ਤਰ੍ਹਾਂ ਹੀ ਕਰੇਗਾ, ਉਹ ਸਮੇਤ ਛਿਲਕੇ ਦੇ ਖਾਣ ਦੀ ਕੋਸ਼ਿਸ਼ ਕਰੇਗਾ। ਇਸ ਕਰਕੇ ਮਹਾਰਾਜ ਦੀ ਬਾਣੀ ਜਿਹੜੀ ਹੈ ਬਾਬੇ ਫਰੀਦ ਸਾਹਿਬ ਜੀ ਦੀ, ਉਹ ਸਾਰੀ ਰਮਜ ਦੇ ਵਿੱਚ ਹੈ। ਗੁਰਮੁਖ ਪਿਆਰਿਓ, ਆਪਾਂ ਉਸ ਦਾ ਮਹਾਰਾਜ ਦੀ ਬਾਣੀ ਦੇ ਵਿੱਚੋਂ ਆਪਾਂ ਇੱਕ ਉਦਾਹਰਣ ਲੈਂਦੇ ਹਾਂ। ਬਾਬੇ ਫਰੀਦ ਸਾਹਿਬ ਜੀ ਦੇ ਬਚਨ ਹੈ। ਮਹਾਰਾਜ ਕਹਿੰਦੇ ਨੇ, ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਬਾਬੇ ਫਰੀਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਸ਼ਬਦ ਹੈ
ਤੇ ਬਾਬਾ ਸਾਹਿਬ ਜੀ ਇਹ ਬਚਨ ਕਰਦੇ ਨੇ ਕਿ ਮੇਰੇ ਸਰੀਰ ਨੂੰ ਅਗਰ ਕੋਈ ਚੀਰ ਲਵੇ ਤੇ ਇਹਦੇ ਵਿੱਚੋਂ ਇੱਕ ਰੱਤੀ ਭਰ ਵੀ ਖੂਨ ਨਹੀਂ ਨਿਕਲੇਗਾ, ਕਿਉਂਕਿ ਮਹਾਰਾਜ ਕਹਿੰਦੇ ਕਿ ਮੈਂ ਰੱਬ ਦੇ ਨਾਲ ਇੱਕਮਿਕ ਹੋ ਗਿਆ ਹਾਂ। ਤੇ ਗੁਰਮੁਖ ਪਿਆਰਿਓ, ਇਸ ਰਮਜ ਨੂੰ ਸਮਝਣ ਵਾਸਤੇ ਮੇਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਬੇ ਫਰੀਦ ਦੇ ਸ਼ਲੋਕ ਦੇ ਥੱਲੇ ਉਹਨਾਂ ਨੇ ਆਪਣਾ ਸ਼ਲੋਕ ਲਿਖਿਆ ਹੈ। ਇਸ ਕਰਕੇ ਲਿਖਿਆ ਕਿਉਂਕਿ ਇਹ ਰਮਜ ਨੂੰ ਸਮਝ ਆ ਸਕੇ। ਇਹ ਜਿਹੜੀ ਜੋ ਰਮਜ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਗੱਲ ਕਰ ਰਹੇ ਨੇ, ਉਸ ਰਮਜ ਨੂੰ ਸਮਝਿਆ ਜਾ ਸਕੇ। ਜੇ ਉਸ ਰਮਜ ਨੂੰ ਨਹੀਂ ਸਮਝਦੇ ਤੇ ਗੁਰਮੁਖ ਪਿਆਰਿਓ, ਫਿਰ ਇਹ ਜਿਹੜਾ ਹੈ ਸ਼ਲੋਕ ਦੇ ਅਰਥ ਜਿਹੜੇ ਨੇ ਉਹ ਬਿਲਕੁਲ ਉਲਟ ਹੋ ਜਾਣਗੇ। ਕਿਉਂਕਿ ਫਿਰ ਆਮ ਜੀਵ ਇਹ ਸੋਚਣਗੇ ਕਿ ਜੋ ਰੱਬ ਦੇ ਨਾਲ ਇੱਕਮਿਕ ਹੋ ਜਾਂਦੇ ਨੇ, ਉਹਨਾਂ ਦੇ ਸਰੀਰ ਦੇ ਵਿੱਚੋਂ ਖੂਨ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਜਾਂ ਇੱਦਾਂ ਕਹਿ ਲਈਏ ਕਿ ਉਹਨਾਂ ਦੇ ਸਰੀਰ ਦੇ ਵਿੱਚ ਖੂਨ ਨਹੀਂ ਹੁੰਦਾ। ਤੇ ਗੁਰਮੁਖ ਪਿਆਰਿਓ, ਇਸ ਨੂੰ ਖੋਲ੍ਹਦੇ ਹੋਇਆਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਕਿ ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਸਾਰਾ ਰਤ ਦਾ ਬਣਿਆ ਹੋਇਆ ਹੈ, ਭਾਵ ਖੂਨ ਦਾ ਬਣਿਆ ਹੋਇਆ ਹੈ। ਖੂਨ ਤੋਂ ਬਗੈਰ ਜਿਹੜਾ ਹੈ ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਕਿ ਇਹ ਤਨ ਨਹੀਂ ਬਣ ਸਕਦਾ, ਇਹ ਸਰੀਰ ਖੂਨ ਤੋਂ ਬਗੈਰ ਚੱਲ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ ਵੀ ਜੋ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ ਉਹ ਕਿਹੜੇ ਰਤ ਦੀ ਗੱਲ ਕਰ ਰਹੇ ਨੇ, ਮਹਾਰਾਜ ਨੇ ਅੱਗੇ ਸਾਨੂੰ ਗੁਰਬਾਣੀ ਦੇ ਵਿੱਚ ਗਿਆਨ ਦਿੱਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਕਿ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਮਹਾਰਾਜ ਕਹਿੰਦੇ ਜੋ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਨੇ, ਜੋ ਉਸ ਪਰਮਾਤਮਾ ਨੂੰ ਪਾ ਲੈਂਦੇ ਨੇ, ਉਹਨਾਂ ਦੇ ਵਿੱਚ ਫਿਰ ਲੋਭ ਦਾ ਰਤ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਇਹ ਵਿਕਾਰ ਨੇ, ਇਹ ਇਹਨਾਂ ਦੇ ਅੰਦਰ ਉਹ ਸਾਰਾ ਖਤਮ ਹੋ ਜਾਂਦੇ ਨੇ। ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਦੇ, ਉਹ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ ਰੱਖਦੇ। ਇਸ ਰਤ ਦੀ ਗੱਲ ਕਰ ਰਹੇ ਸੀ ਬਾਬਾ ਫਰੀਦ ਸਾਹਿਬ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਰਮਜ ਦੇ ਵਿੱਚ ਬਾਣੀ ਹੈ। ਇਸ ਨੂੰ ਖੋਲ੍ਹਣ ਵਾਸਤੇ ਗੁਰੂ ਅਮਰਦਾਸ ਜੀ ਨੇ ਜਿਹੜੀ ਸ਼ਬਦ ਕਿਸੇ ਦੇ ਸਮਝ ਨਹੀਂ ਆਉਂਦੇ, ਤੇ ਗੁਰਮੁਖ ਪਿਆਰਿਓ ਉਹ ਸ਼ਬਦਾਂ ਨੂੰ ਗੁਰੂ ਅਰਜਨ ਸਾਹਿਬ ਨੇ, ਗੁਰੂ ਰਾਮਦਾਸ ਜੀ ਨੇ ਔਰ ਗੁਰੂ ਅਮਰਦਾਸ ਜੀ ਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂ ਜੋ ਕੋਈ ਭੁਲੇਖਾ ਨਾ ਖਾ ਸਕੇ। ਤੇ ਗੁਰਮੁਖ ਪਿਆਰਿਓ, ਇੱਕ ਸ਼ਬਦ ਹੋਰ ਹੈ ਬਾਬੇ ਫਰੀਦ ਸਾਹਿਬ ਜੀ ਦਾ, ਆਪਾਂ ਨੇ ਅਕਸਰ ਸੁਣਿਆ ਹੈ। ਤੇ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ। ਤੇ ਇਹਦੇ ਪਿੱਛੇ ਜੋ ਆਪਾਂ ਨੂੰ ਸਾਖੀ ਸੁਣਾਈ ਜਾਂਦੀ ਹੈ, ਜੋ ਆਪਾਂ ਨੂੰ ਕਹਾਣੀ ਸੁਣਾਈ ਜਾਂਦੀ ਹੈ, ਉਹ ਇਹ ਸੁਣਾਈ ਜਾਂਦੀ ਹੈ ਕਿ ਬਾਬੇ ਫਰੀਦ ਸਾਹਿਬ ਨੂੰ ਜਦੋਂ ਬੰਦਗੀ ਕਰ ਰਹੇ ਸੀ ਤੇ ਉਹਨਾਂ ਨੇ ਗਲ ਦੇ ਵਿੱਚ ਇੱਕ ਲੱਕੜ ਦੀ ਰੋਟੀ ਬਣਾ ਕੇ ਤੇ ਪਾਲੀ ਸੀ। ਤੇ ਗੁਰਮੁਖ ਪਿਆਰਿਓ, ਜੇ ਆਪਾਂ ਸੋਚੀਏ, ਥੋੜ੍ਹਾ ਵਿਚਾਰੀਏ ਇਸ ਗੱਲ ਨੂੰ, ਕਿ ਐਡਾ ਵੱਡਾ ਸੂਫੀ ਸੰਤ ਫਕੀਰ ਜੋ ਰੱਬ ਦੇ ਨਾਲ ਇੱਕਮਿਕ ਹੋਇਆ ਹੈ, ਉਸ ਨੂੰ ਇੰਨਾ ਨਹੀਂ ਪਤਾ ਲੱਗਿਆ ਵੀ ਖਾਣ ਵਾਲੀ ਚੀਜ਼ ਕਿਹੜੀ ਹੈ। ਉਸ ਫਕੀਰ ਨੂੰ ਇੰਨਾ ਨਹੀਂ ਸਮਝ ਲੱਗੀ ਕਿ ਰੋਟੀ ਖਾਧੀ ਜਾਂਦੀ ਹੈ ਕਿ ਜਾਂ ਲੱਕੜ ਖਾਧੀ ਜਾਂਦੀ ਹੈ। ਗੁਰਮੁਖ ਪਿਆਰਿਓ, ਇਸੇ ਕਰਕੇ ਆਪਾਂ ਇਹਨਾਂ ਸ਼ਬਦਾਂ ਦੇ ਅਰਥ ਉਲਟ ਕੱਢ ਲੈਂਦੇ ਹਾਂ ਕਿ ਲੱਕੜ ਦੀ ਰੋਟੀ ਬਣਾ ਕੇ ਉਹਨਾਂ ਨੇ ਗਲ ਦੇ ਵਿੱਚ ਪਾ ਲਈ। ਮਹਾਰਾਜ ਇੱਥੇ ਇਹ ਫਰਮਾਨ ਕਰਦੇ ਨੇ ਕਿ ਜਦੋਂ ਸਰੀਰ ਜਿਹੜਾ ਹੈ ਬਜ਼ੁਰਗ ਹੋ ਜਾਂਦਾ ਹੈ, ਜਦੋਂ ਬੁਢਾਪਾ ਆ ਜਾਂਦਾ ਹੈ ਇਸ ਤਨ ਦੇ ਉੱਪਰ, ਤੇ ਗੁਰਮੁਖ ਪਿਆਰਿਓ, ਸਾਡੇ ਸਾਰੇ ਅੰਗ ਹੌਲੀ ਹੌਲੀ ਜਵਾਬ ਦੇਣਾ ਸ਼ੁਰੂ ਹੋ ਜਾਂਦੇ ਨੇ। ਸਾਡੀਆਂ ਲੱਤਾਂ ਜਵਾਬ ਦੇਣਾ ਸ਼ੁਰੂ ਹੋ ਜਾਂਦੀਆਂ ਨੇ, ਹੱਥ ਪੈਰ ਕੰਬਣ ਲੱਗ ਜਾਂਦੇ ਨੇ ਜਦੋਂ ਸਰੀਰ ਬਜ਼ੁਰਗ ਹੋ ਜਾਂਦਾ ਹੈ। ਤੇ ਸਾਧੂ ਸੰਤ ਫਕੀਰਾਂ ਦੀ ਗੁਰਮੁਖ ਪਿਆਰਿਓ ਜਿਹੜੀ ਫਿਰ ਭੋਜਨ ਹੁੰਦਾ ਹੈ ਉਹ ਰੋਜ਼ ਤਾਜ਼ਾ ਨਹੀਂ ਉਹਨਾਂ ਨੂੰ ਮਿਲਦਾ। ਕਈ ਵਾਰ ਦੂਜੇ ਤੀਜੇ ਦਿਨ ਦਾ ਭੋਜਨ ਵੀ ਉਹਨਾਂ ਨੂੰ ਛਕਣਾ ਪੈਂਦਾ ਹੈ। ਤੇ ਮਹਾਰਾਜ ਕਹਿੰਦੇ ਜਿਵੇਂ ਇੱਕ ਦਿਨ ਦੀ ਬਈ ਰੋਟੀ ਖਾਣੀ ਹੋਵੇ, ਜਿਹੜੇ ਬਜ਼ੁਰਗ ਹੈ
ਬਜ਼ੁਰਗਾਂ ਨੂੰ ਜੇ 1-2 ਦਿਨ ਦੀ ਰੋਟੀ ਬਈ ਦੇਣੀ ਪਵੇ ਤਾਂ ਗੁਰਮੁਖ ਪਿਆਰਿਓ ਉਹ ਉਹਨਾਂ ਨੂੰ ਖਾਣ ਦੇ ਵਿੱਚ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਲੱਕੜ ਨੂੰ ਚਬਾਉਣਾ, ਕਿਉਂਕਿ ਉਹਨਾਂ ਦੇ ਮੂੰਹ ਦੇ ਵਿੱਚ ਦੰਦ ਨਾ ਹੋਣ ਕਰਕੇ ਉਸ ਰੋਟੀ ਨੂੰ ਚਬਾਉਣਾ ਮੁਸ਼ਕਲ ਹੈ। ਤੇ ਮਹਾਰਾਜ ਕਹਿੰਦੇ ਨੇ ਕਿ ਸੁੱਕੀ ਰੋਟੀ ਖਾ ਕੇ ਵੀ ਮੈਂ ਉਸ ਮਾਲਕ ਦੀ ਬੰਦਗੀ ਕਰਦਾ ਹਾਂ ਤੇ ਮੈਂ ਖੁਸ਼ ਹਾਂ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹਾਂ। ਤੇ ਜਿਹੜੀਆਂ ਚੋਪੜੀਆਂ ਖਾ ਕੇ ਉਸ ਰੱਬ ਦਾ ਨਾਮ ਨਹੀਂ ਜਪ ਰਹੇ ਤੇ ਉਹ ਚੋਪੜੀਆਂ ਖਾਂਦੇ ਹੋਏ ਵੀ ਗੁਰਮੁਖ ਪਿਆਰਿਓ ਉਹ ਦੁਖੀ ਨੇ। ਇਹ ਮਹਾਰਾਜ ਜੀ ਦੇ ਬਚਨ ਸੀ, ਕਹਿਣ ਦਾ ਭਾਵ ਜਿਹੜਾ ਇਹ ਸੀ। ਤੇ ਆਪਾਂ ਨੇ ਇਸ ਦਾ ਮਤਲਬ ਜਿਹੜਾ ਹੈ ਉਹ ਉਲਟ ਕੱਢ ਲੈਂਦੇ ਹਾਂ, ਜਾਂ ਆਪਾਂ ਜੋ ਸੁਣਦੇ ਆ ਰਹੇ ਹਾਂ। ਤੇ ਗੁਰਮੁਖ ਪਿਆਰਿਓ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜੇ ਆਪਾਂ ਆਪਣੇ ਉੱਤੇ ਗੱਲ ਲਾ ਕੇ ਦੇਖੀਏ ਕਿ ਆਪਾਂ ਨੂੰ ਜੇ ਆਪਾਂ ਪਰਮਾਤਮਾ ਦੀ ਬੰਦਗੀ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇੰਨੀ ਤਾਂ ਸਮਝ ਹੋਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਆਪਾਂ ਖਾਣ ਦੇ ਯੋਗ ਹੈ, ਕਿਹੜੀ ਖਾਣ ਦੇ ਯੋਗ ਨਹੀਂ ਹੈ, ਕਿਸ ਚੀਜ਼ ਦੇ ਨਾਲ ਸਾਡੇ ਪੇਟ ਦੀ ਭੁੱਖ ਮਿਟ ਸਕਦੀ ਹੈ ਔਰ ਕਿਸ ਚੀਜ਼ ਦੇ ਨਾਲ ਨਹੀਂ ਮਿਟ ਸਕਦੀ। ਤੇ ਗੁਰਮੁਖ ਪਿਆਰਿਓ ਆਪਾਂ ਵੀ ਸਾਰੇ ਗਿਆਨਵਾਨ ਹਾਂ, ਆਪਾਂ ਵੀ ਗਿਆਨ ਰੱਖਦੇ ਹਾਂ ਕਿਹੜੀ ਚੀਜ਼ ਖਾਣੀ ਹੈ ਔਰ ਕਿਹੜੀ ਚੀਜ਼ ਨਹੀਂ ਖਾਣੀ ਹੈ। ਤੇ ਉਹ ਤੇ ਸੂਫੀ ਸੰਤ ਫਕੀਰ ਜੋ ਪਰਮਾਤਮਾ ਦੇ ਨਾਲ ਇੱਕਮਿਕ ਹੋਇਆ ਸੀ, ਤੇ ਗੁਰਮੁਖ ਪਿਆਰਿਓ ਅਸੀਂ ਉਹਨਾਂ ਦੇ ਬਾਰੇ ਹੀ ਐਸੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਤੇ ਗੁਰਮੁਖ ਪਿਆਰਿਓ ਇਹ ਤਾਂ ਕਰਦੇ ਹਾਂ ਕਿਉਂਕਿ ਉਹ ਰਮਜ਼ ਆਪਾਂ ਨੂੰ ਸਮਝ ਨਹੀਂ ਆਈ। ਉਸ ਰਮਜ਼ ਦੀ ਸਮਝ ਆਪਾਂ ਨੂੰ ਆਈ ਨਹੀਂ ਜਿਸ ਰਮਜ਼ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਬੋਲ ਰਹੇ ਨੇ। ਤੇ ਗੁਰਮੁਖ ਪਿਆਰਿਓ ਆਪਾਂ ਇਸ ਦੇ ਉਲਟ ਮਤਲਬ ਨਹੀਂ ਕੱਢਣੇ। ਆਪਾਂ ਨੇ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਅਗਰ ਆਪਾਂ ਇਸ ਬਾਣੀ ਨੂੰ ਪੜ੍ਹਾਂਗੇ ਫਿਰ ਆਪਾਂ ਨੂੰ ਸਮਝ ਲੱਗੇਗੀ। ਉਸ ਬਾਣੀ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਗੁਰਮੁਖ ਪਿਆਰਿਓ, ਇਹ ਅਵਸਥਾ ਦੇ ਹਿਸਾਬ ਦੇ ਨਾਲ ਆਪਾਂ ਨੂੰ ਸਮਝ ਪਏਗੀ। ਜੇ ਆਪਣੀ ਓਨੀ ਅਵਸਥਾ ਨਹੀਂ ਹੈ ਤੇ ਗੁਰਮੁਖੋ ਅਸੀਂ ਸ਼ਬਦਾਂ ਦੇ ਸਹੀ ਅਰਥ ਨਹੀਂ ਕਰ ਸਕਦੇ। ਇਸ ਕਰਕੇ ਮਹਾਰਾਜ ਨੇ ਕਿਹਾ ਹੈ ਕਿ ਪਹਿਲਾਂ ਤੁਸੀਂ ਉਸ ਪਰਮਾਤਮਾ ਦੀ ਬੰਦਗੀ ਕਰੋ, ਉਸ ਪਰਮਾਤਮਾ ਨੂੰ ਮਿਲੋ, ਤੇ ਫਿਰ ਗੁਰਮੁਖ ਪਿਆਰੇ ਜਦੋਂ ਆਪਾਂ ਫਿਰ ਬਾਣੀ ਪੜ੍ਹਾਂਗੇ ਤੇ ਫਿਰ ਆਪਾਂ ਨੂੰ ਸਹੀ ਸਮਝ ਲੱਗੇਗੀ, ਸਹੀ ਅਰਥਾਂ ਦਾ ਪਤਾ ਚੱਲੇਗਾ ਕਿ ਬਾਣੀ ਸਾਨੂੰ ਕਹਿ ਕੀ ਰਹੀ ਹੈ। ਮਹਾਰਾਜ ਆਪਾਂ ਨੂੰ ਰੋਜ਼ ਇਹ ਗਿਆਨ ਦਿੰਦੇ ਆ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਆਏ ਹੋ ਉਹ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਹੀ ਆਏ ਹੋ। ਤੇ ਉਹ ਗੁਰਮੁਖ ਪਿਆਰੋ ਆਪਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰਨੀ ਹੈ। ਜੇ ਆਪਣੇ ਮਾਤਾ ਪਿਤਾ ਉਸ ਮਾਲਕ ਦੇ ਨਾਲ ਜੁੜੇ ਹੋਏਗੇ ਫਿਰ ਬੱਚੇ ਵੀ ਉਸ ਮਾਲਕ ਦੇ ਨਾਲ ਜੁੜ ਜਾਣਗੇ। ਜੇ ਮਾਤਾ ਪਿਤਾ ਨਹੀਂ ਜੁੜੇ ਤੇ ਫਿਰ ਗੁਰਮੁਖ ਪਿਆਰਿਓ ਬੱਚੇ ਵੀ ਜਿਹੜੇ ਹੈ ਉਹ ਮਾਲਕ ਦੇ ਨਾਲ ਜੁੜ ਨਹੀਂ ਸਕਦੇ। ਤੇ ਗੁਰਮੁਖ ਪਿਆਰਿਓ ਆਪਾਂ ਸਾਰਿਆਂ ਨੇ ਇਹ ਉਦਮ ਕਰਨਾ ਹੈ ਕਿਉਂਕਿ ਇਹ ਵਾਰੀ ਸਾਨੂੰ ਮਿਲੀ ਹੈ ਉਸ ਮਾਲਕ ਨੂੰ ਮਿਲਣ ਵਾਸਤੇ। ਜੇ ਆਪਾਂ ਇਸ ਵਾਰੀ ਦੇ ਵਿੱਚ ਉਸ ਮਾਲਕ ਨੂੰ ਨਹੀਂ ਮਿਲਦੇ ਤੇ ਗੁਰਮੁਖ ਪਿਆਰਿਓ ਫਿਰ ਸਾਨੂੰ 84 ਲੱਖ ਜੂਨਾਂ ਫਿਰ ਭੋਗਣੀਆਂ ਪੈਣਗੀਆਂ। ਫਿਰ ਮਹਾਰਾਜ ਕਿਤੇ ਕਿਰਪਾ ਕਰੇਗਾ, ਫਿਰ ਕਈ ਯੁੱਗ ਲੰਘ ਜਾਣਗੇ, ਫਿਰ ਕਿਰਪਾ ਕਰੇਗਾ ਮਾਲਕ ਤੇ ਫਿਰ ਗੁਰਮੁਖ ਪਿਆਰਿਓ ਆਪਾਂ ਨੂੰ ਇਹ ਜੀਵਨ ਫਿਰ ਤੋਂ ਮਿਲੇਗਾ। ਤੇ ਹੁਣ ਆਪਾਂ ਸੋਚਣਾ ਹੈ ਇਸ ਜਨਮ ਦੇ ਵਿੱਚ ਮਿਲਣਾ ਹੈ ਕਿ ਜਾਂ ਅੱਗੇ ਜੂਨਾਂ ਭੋਗ ਕੇ ਫਿਰ ਮਿਲਣਾ। ਤੇ ਗੁਰਮੁਖ ਪਿਆਰੇ ਉਹਨਾਂ ਚਿਰ ਛੁਟਕਾਰਾ ਨਹੀਂ ਹੋਣਾ, ਉਹਨਾਂ ਚਿਰ ਆਪਾਂ ਦਾ ਛੁਟਕਾਰਾ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਉਸ ਮਾਲਕ ਦੇ ਨਾਲ ਇੱਕਮਿਕ ਨਹੀਂ ਹੁੰਦੇ। ਜਿੰਨਾ ਚਿਰ ਉਸ ਮਾਲਕ ਦੇ ਨਾਲ ਅਸੀਂ ਇੱਕਮਿਕ ਹੋ ਕੇ ਆਪਣਾ ਜੀਵਨ ਸਫਲ ਨਹੀਂ ਕਰਦੇ ਤੇ ਗੁਰਮੁਖ ਪਿਆਰੇ ਉਹਨਾਂ ਚਿਰ ਅਸੀਂ ਇਸ ਸੰਸਾਰ ਦੇ ਉੱਪਰ ਵਾਰ-ਵਾਰ ਜਨਮ ਲੈਂਦੇ ਰਹਾਂਗੇ। ਔਰ ਗੁਰਬਾਣੀ ਸਭ ਤੋਂ ਵੱਡਾ ਦੁੱਖ ਇਹੋ ਹੀ ਮੰਨਦੀ ਹੈ ਜਿਹੜਾ ਜਨਮ ਮਰਨ ਦਾ ਚੱਕਰ ਹੈ। ਜੇ ਆਪਾਂ ਜਨਮ ਮਰਨ ਦੇ ਚੱਕਰ ਤੋਂ ਬਚ ਜਾਂਦੇ ਹਾਂ ਤੇ ਗੁਰਮੁਖ ਪਿਆਰਿਓ ਆਪਾਂ ਇਹ ਬਾਜੀ ਜਿੱਤ ਕੇ ਜਾਵਾਂਗੇ। ਤੇ ਗੁਰਮੁਖ ਪਿਆਰਿਓ ਆਪਾਂ ਉਦਮ ਕਰਨਾ ਹੈ, ਆਪਾਂ ਇਸ ਵਾਰ ਇਹ ਬਾਜੀ ਜਿੱਤ ਕੇ ਜਾਣੀ ਹੈ ਕਿਉਂਕਿ ਆਪਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਇਹ ਸੋਝੀ ਦੇ ਦਿੱਤੀ ਹੈ ਕਿ ਤੁਹਾਡੀ ਵਾਰੀ ਹੈ, ਹੁਣ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ। ਆਓ ਗੁਰਮੁਖ ਪਿਆਰਿਓ ਆਪਾਂ ਉਸ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰੀਏ। ਔਰ
ਆਪਾਂ ਮਿਲ ਵੀ ਸਕਦੇ ਹਾਂ, ਕਿਉਂਕਿ ਮਹਾਰਾਜ ਨੇ ਆਪਾਂ ਨੂੰ ਦੱਸ ਦਿੱਤਾ ਕਿ ਤੁਹਾਡੀ ਵਾਰੀ ਹੈ, ਤੁਸੀਂ ਮਿਲ ਸਕਦੇ ਹੋ। ਅਤੇ ਗੁਰਮੁਖ ਪਿਆਰੋ, ਆਪਾਂ ਸਾਰੇ ਇਹ ਯਤਨ ਕਰੀਏ ਉਸ ਮਾਲਕ ਨੂੰ ਮਿਲਣ ਵਾਸਤੇ, ਸਾਰੇ ਗੁਰੂ ਵਾਲੇ ਬਣੀਏ। ਗੁਰੂ ਤੋਂ ਬਗੈਰ ਜਿਹੜਾ ਹੈ ਉਸ ਮਾਲਕ ਦੇ ਰਸਤੇ ਦਾ ਸਾਨੂੰ ਸਮਝ ਨਹੀਂ ਲੱਗਦੀ। ਉਸ ਮਾਲਕ ਦੇ ਰਸਤੇ ਦੇ ਉੱਪਰ ਚੱਲਣ ਦਾ ਤਰੀਕਾ ਜਿਹੜਾ ਹੈ ਉਹ ਸਾਨੂੰ ਗੁਰੂ ਤੋਂ ਬਗੈਰ ਨਹੀਂ ਆ ਸਕਦਾ। ਇਸ ਕਰਕੇ ਆਪਾਂ ਗੁਰੂ ਵਾਲੇ ਬਣੀਏ। ਔਰ ਗੁਰਮੁਖ ਪਿਆਰਿਓ, ਇੰਨੇ ਬਚਨ ਕਰਦੇ ਹੋਏ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਔਰ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।